ਹੈਲੋ ਫਰੈਂਡਸ, ਵੈਲਕਮ ਟੂ ਯੂ ਇਨ ਹਾਈ-ਫਾਈ ਜੀਕੇ ਗੁਰੂ ਜੀ। ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਇਸ ਚੈਨਲ ਰਾਹੀਂ ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜਿਹੜੀਆਂ ਆਲ ਕਲਾਸਿਸ ਦੀ ਹਿਸਟਰੀ ਆ ਉਹਨੂੰ ਕਵਰ ਕਰ ਰਹੇ ਹਾਂ ਅਤੇ ਉਹਦੀਆਂ ਕੁਐਸਚਨ ਸੀਰੀਜ਼ ਮੈਂ ਤੁਹਾਨੂੰ ਕਰਵਾ ਰਹੀ ਹਾਂ। ਇੱਥੇ ਅੱਜ ਆਪਾਂ 8th ਕਲਾਸ ਦੀ ਜਿਹੜੀ ਹਿਸਟਰੀ ਆ ਉਹ ਕਵਰ ਕਰ ਰਹੇ ਹਾਂ, ਜਿਹਦਾ ਆਪਾਂ ਅੱਜ ਥਰਡ ਟੌਪਿਕ ਆ ਉਹਦੇ ਬਾਰੇ ਪੜ੍ਹਨਾ ਵਾ। ਇਸ ਜਿੰਨੀਆਂ ਵੀ ਕੁਐਸਚਨ ਸੀਰੀਜ਼ ਨੇ ਸਾਰੀਆਂ ਮੋਸਟ ਇੰਪੋਰਟੈਂਟ ਕੁਐਸਚਨ ਤੋਂ ਬਣਾਈਆਂ ਗਈਆਂ ਨੇ ਅਤੇ ਇਹਨਾਂ ਨੂੰ ਦੇਖਣ ਤੋਂ ਬਾਅਦ ਤੁਹਾਡਾ ਇੱਕ ਵੀ ਕੁਐਸਚਨ ਆ ਜਿਹੜਾ ਉਹ ਐਗਜ਼ਾਮ ਵਿੱਚੋਂ NCERT ਦਾ ਤਾਂ ਬਿਲਕੁਲ ਵੀ ਬਾਹਰ ਨਹੀਂ ਜਾਊਗਾ। ਨਾ ਹੀ ਤੁਹਾਨੂੰ NCERT ਦੀ ਬੁੱਕ ਚੱਕ ਕੇ ਦੇਖਣ ਦੀ ਲੋੜ ਹੈ, ਕਿਉਂਕਿ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਬਣਦੇ ਸੀ ਮੈਂ ਉਹ ਸਾਰੇ ਇਸ ਵੀਡੀਓ ਵਿੱਚ ਲੈ ਕੇ ਆਈ ਹਾਂ ਤੁਹਾਡੇ ਲਈ। ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਟੌਪਿਕ ਹੈ ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ। ਹਾਂਜੀ, ਅੰਗਰੇਜ਼ ਭਾਰਤ ਆ ਜਿਹੜੇ ਕਿਉਂ ਆਏ ਸਨ? ਵਪਾਰ ਕਰਨ ਲਈ। ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਦਾ ਕੀ ਮਕਸਦ ਸੀ? ਵਪਾਰ ਰਾਹੀਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ 1773 ਈਸਵੀ ਵਿੱਚ ਕਿਹੜਾ ਐਕਟ ਪਾਸ ਕੀਤਾ ਗਿਆ? ਰੈਗੂਲੇਟਿੰਗ ਐਕਟ। ਕਿਹੜੇ ਐਕਟ ਦੇ ਅਨੁਸਾਰ ਬੰਗਾਲ ਵਿੱਚ ਗਵਰਨਰ ਜਨਰਲ ਅਤੇ 4 ਮੈਂਬਰਾਂ ਦੀ ਕੌਂਸਲ ਸਥਾਪਿਤ ਕੀਤੀ ਗਈ? ਰੈਗੂਲੇਟਿੰਗ ਐਕਟ 1773 ਈਸਵੀ ਦੇ ਅਕੋਰਡਿੰਗ ਕੀਤਾ ਗਿਆ ਸੀ ਇਹ। ਰੈਗੂਲੇਟਿੰਗ ਐਕਟ 1773 ਦੇ ਅਨੁਸਾਰ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਬਣਿਆ? ਵਾਰੇਨ ਹੇਸਟਿੰਗਸ। ਰੈਗੂਲੇਟਿੰਗ ਐਕਟ 1773 ਦੇ ਅਨੁਸਾਰ ਕਿੰਨੇ ਮੈਂਬਰਾਂ ਦੀ ਕੌਂਸਲ ਸਥਾਪਿਤ ਕੀਤੀ ਗਈ? 4 ਮੈਂਬਰਾਂ ਦੀ। ਕਿਹੜੇ ਐਕਟ ਦੇ ਅਨੁਸਾਰ ਗਵਰਨਰ ਜਨਰਲ ਅਤੇ ਉਸ ਦੀ ਕੌਂਸਲ ਨੂੰ ਮੁੰਬਈ ਅਤੇ ਮਦਰਾਸ ਚੇਨਈ ਦੀਆਂ ਸਰਕਾਰਾਂ ਉੱਤੇ ਕੰਟਰੋਲ ਰੱਖਣ ਦਾ ਅਧਿਕਾਰ ਪ੍ਰਾਪਤ ਹੋਇਆ? ਰੈਗੂਲੇਟਿੰਗ ਐਕਟ 1773 ਦੇ ਅਕੋਰਡਿੰਗ ਕੀ ਹੋਇਆ ਸੀ ਕਿ ਜਿਹੜੀ ਬੰਬਈ ਆ, ਜਿਹਨੂੰ ਹੁਣ ਆਪਾਂ ਮੁੰਬਈ ਦੇ ਨਾਮ ਨਾਲ ਜਾਣਦੇ ਹਾਂ, ਐਂਡ ਜਿਹੜਾ ਮਦਰਾਸ ਆ ਜਿਹਨੂੰ ਹੁਣ ਆਪਾਂ ਚੇਨਈ ਦੇ ਨਾਮ ਨਾਲ ਜਾਣਦੇ ਹਾਂ, ਉਹਨਾਂ ਉੱਪਰ ਜਿਹੜਾ ਸੀ ਗਵਰਨਰ ਜਨਰਲ ਅਤੇ ਉਹਦੀ ਕੌਂਸਲ ਦਾ ਅਧਿਕਾਰ ਹੋ ਗਿਆ ਸੀਗਾ। ਠੀਕ ਆ, ਉਹ ਕਿਹੜੇ ਐਕਟ ਦੇ ਅਕੋਰਡਿੰਗ ਹੋਇਆ? ਰੈਗੂਲੇਟਿੰਗ ਐਕਟ 1773 ਦੇ ਅਕੋਰਡਿੰਗ। ਗਵਰਨਰ ਜਨਰਲ ਅਤੇ ਉਸ ਦੀ ਕੌਂਸਲ ਨੂੰ ਕਿਹੜੇ ਮਾਮਲਿਆਂ ਉੱਤੇ ਕੰਟਰੋਲ ਰੱਖਣ ਦਾ ਅਧਿਕਾਰ ਪ੍ਰਾਪਤ ਹੋ ਗਿਆ? ਯੁੱਧ, ਸ਼ਾਂਤੀ, ਰਾਜਨੀਤਿਕ ਸੰਧੀਆਂ ਆਦਿ ਦੇ। ਬ੍ਰਿਟਿਸ਼ ਸੰਸਦ ਨੇ ਪਿਟਸ ਇੰਡੀਆ ਐਕਟ ਨੂੰ ਕਦੋਂ ਪਾਸ ਕੀਤਾ? 1784 ਈਸਵੀ ਵਿੱਚ। ਕਿਹੜੇ ਐਕਟ ਦੇ ਅਨੁਸਾਰ ਇੰਗਲੈਂਡ ਵਿੱਚ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ? ਪਿਟਸ ਇੰਡੀਆ ਐਕਟ 1784 ਦੁਆਰਾ। ਬੋਰਡ ਆਫ ਕੰਟਰੋਲ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ? 6। 1784 ਈਸਵੀ ਦੇ ਪਿਟਸ ਇੰਡੀਆ ਐਕਟ ਦੇ ਅਨੁਸਾਰ ਬੋਰਡ ਆਫ ਕੰਟਰੋਲ ਦੇ ਕੀ ਕੰਮ ਸਨ? ਕੰਪਨੀ ਦੇ ਸਿਵਲ, ਸੈਨਿਕ ਅਤੇ ਆਰਥਿਕ ਕੰਮਾਂ ਉੱਤੇ ਕਾਬੂ ਪਾਉਣਾ। ਕਿਹੜੇ ਐਕਟ ਦੇ ਅਨੁਸਾਰ ਵਪਾਰਿਕ ਪ੍ਰਬੰਧ ਨੂੰ ਰਾਜਨੀਤਿਕ ਪ੍ਰਬੰਧ ਨਾਲੋਂ ਅਲੱਗ ਕਰ ਦਿੱਤਾ ਗਿਆ? ਦੇਖੋ ਹੁਣ ਜਿਹੜਾ ਕੰਪਨੀ ਦਾ ਵਪਾਰਿਕ ਕੰਮ ਸੀ ਅਤੇ ਜਿਹੜਾ ਰਾਜਨੀਤਿਕ ਕੰਮ ਸੀਗਾ, ਠੀਕ ਆ, ਉਹਨੂੰ ਅਲੱਗ-ਅਲੱਗ ਕਰਤਾ। ਕਿਹੜੇ ਐਕਟ ਨਾਲ? 1784 ਦੇ ਪਿਟਸ ਇੰਡੀਆ ਐਕਟ ਦੇ ਅਨੁਸਾਰ। ਪਿਟਸ ਇੰਡੀਆ ਐਕਟ ਦੇ ਅਨੁਸਾਰ ਗਵਰਨਰ ਜਨਰਲ ਦੀ ਕੌਂਸਲ ਵਿੱਚ ਮੈਂਬਰਾਂ ਦੀ ਗਿਣਤੀ ਕਿੰਨੀ ਕਰ ਦਿੱਤੀ ਗਈ? 4 ਤੋਂ ਜਿਹੜੀ ਸੀ ਘਟਾ ਕੇ 3 ਕਰ ਦਿੱਤੀ ਗਈ। ਕਿਹੜੇ ਐਕਟ ਦੇ ਅਨੁਸਾਰ ਬੰਬਈ ਅਤੇ ਮਦਰਾਸ ਦੇ ਗਵਰਨਰ ਪੂਰੀ ਤਰ੍ਹਾਂ ਗਵਰਨਰ ਜਨਰਲ ਦੇ ਅਧੀਨ ਹੋ ਗਏ? 1784 ਈਸਵੀ ਦੇ ਪਿਟਸ ਇੰਡੀਆ ਐਕਟ ਦੇ ਅਨੁਸਾਰ। ਕਿਹੜੇ ਐਕਟ ਦੁਆਰਾ ਕੰਪਨੀ ਨੂੰ ਵਪਾਰ ਦਾ ਸਾਰਾ ਕੰਮ ਛੱਡ ਕੇ ਸਾਰਾ ਧਿਆਨ ਸ਼ਾਸਨ ਪ੍ਰਬੰਧ ਵੱਲ ਲਗਾਉਣ ਲਈ ਕਿਹਾ ਗਿਆ? 1833 ਦੇ ਚਾਰਟਰ ਐਕਟ ਦੇ ਅਕੋਰਡਿੰਗ। ਕਿਹੜੇ ਐਕਟ ਦੇ ਅਨੁਸਾਰ ਕਿਹਾ ਗਿਆ ਕਿ ਭਾਰਤੀਆਂ ਨੂੰ ਧਰਮ, ਜਾਤੀ ਜਾਂ ਰੰਗ ਦੇ ਆਧਾਰ ਉੱਤੇ ਸਰਕਾਰੀ ਪਦਵੀਆਂ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ? 1833 ਈਸਵੀ ਦਾ ਜਿਹੜਾ ਚਾਰਟਰ ਐਕਟ ਸੀ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ, ਬਟ ਕੀ ਸੀ, ਫਿਰ ਵੀ ਭਾਰਤੀਆਂ ਨੂੰ ਨਿਯੁਕਤ ਨਹੀਂ ਕੀਤਾ ਗਿਆ ਸੀਗਾ। ਕਿਹੜੇ ਐਕਟ ਦੇ ਅਨੁਸਾਰ ਬੰਗਾਲ ਦੇ ਗਵਰਨਰ ਜਨਰਲ ਅਤੇ ਕੌਂਸਲ ਨੂੰ ਹੁਣ ਭਾਰਤ ਦਾ ਗਵਰਨਰ ਜਨਰਲ ਅਤੇ ਕੌਂਸਲ ਕਿਹਾ ਜਾਣ ਲੱਗ ਪਿਆ? ਚਾਰਟਰ ਐਕਟ 1833 ਈਸਵੀ ਦੇ ਅਨੁਸਾਰ। ਕਿਹੜੇ ਐਕਟ ਰਾਹੀਂ ਦੇਸ਼ ਦੇ ਕਾਨੂੰਨ ਬਣਾਉਣ ਲਈ ਗਵਰਨਰ ਜਨਰਲ ਦੀ ਕੌਂਸਲ ਵਿੱਚ ਕਾਨੂੰਨ ਮੈਂਬਰ ਨੂੰ ਸ਼ਾਮਿਲ ਕੀਤਾ ਗਿਆ? ਚਾਰਟਰ ਐਕਟ 1833 ਦੇ ਵਿੱਚ ਇੱਕ ਕਾਨੂੰਨ ਮੈਂਬਰ ਜਿਹੜਾ ਸੀ ਸ਼ਾਮਿਲ ਕਰ ਲਿਆ ਸੀਗਾ। ਕਿਹੜੇ ਐਕਟ ਦੇ ਆਉਣ ਤੋਂ ਬਾਅਦ ਪ੍ਰੈਜ਼ੀਡੈਂਸੀਆਂ ਦੀਆਂ ਸਰਕਾਰਾਂ ਨੂੰ ਕਾਨੂੰਨ ਬਣਾਉਣ ਦੇ ਅਧਿਕਾਰ ਤੋਂ ਵਾਂਝਿਆ ਕਰ ਦਿੱਤਾ? ਚਾਰਟਰ ਐਕਟ 1833 ਈਸਵੀ ਦੇ ਜਿਹੜਾ ਸੀ ਅੰਡਰ ਕੀਤਾ ਗਿਆ ਸੀ ਇਹ। ਕਿਹੜੇ ਐਕਟ ਨੇ ਕੇਂਦਰੀ ਸਰਕਾਰ ਨੂੰ ਬਹੁਤ ਸ਼ਕਤੀਸ਼ਾਲੀ ਬਣਾ ਦਿੱਤਾ ਸੀ? ਚਾਰਟਰ ਐਕਟ 1833 ਈਸਵੀ ਦੇ। ਕਿਹੜੇ ਐਕਟ ਦੇ ਅਨੁਸਾਰ ਕਾਰਜਪਾਲਿਕਾ ਤੋਂ ਅਲੱਗ ਵਿਧਾਨਪਾਲਿਕਾ ਦੀ ਸਥਾਪਨਾ ਕੀਤੀ ਗਈ ਸੀ? ਚਾਰਟਰ ਐਕਟ 1853 ਈਸਵੀ ਦੇ ਅਨੁਸਾਰ। ਵਿਧਾਨਪਾਲਿਕਾ ਵਿੱਚ ਕੁੱਲ ਕਿੰਨੇ ਮੈਂਬਰ ਸਨ? 12 ਮੈਂਬਰ ਸੀਗੇ ਉਸ ਸਮੇਂ।
ਕਿਹੜੇ ਐਕਟ ਦੇ ਅਨੁਸਾਰ ਕੰਪਨੀ ਦੇ ਪ੍ਰਬੰਧ ਵਿੱਚ ਕੇਂਦਰੀ ਸਰਕਾਰ ਦੀ ਦਖਲ ਅੰਦਾਜ਼ੀ ਵੱਧ ਗਈ ਸੀ? ਚਾਰਟਰ ਐਕਟ 1853 ਈਸਵੀ ਦੇ ਅਨੁਸਾਰ ਕੀ ਸੀਗਾ ਕਿ ਕੰਪਨੀ ਦੇ ਕੰਮਾਂ ਵਿੱਚ ਕੇਂਦਰੀ ਸਰਕਾਰ ਦੀ ਦਖਲ ਅੰਦਾਜ਼ੀ ਬਹੁਤ ਵੱਧ ਗਈ ਸੀ। ਭਾਰਤ ਦਾ ਸ਼ਾਸਨ ਪ੍ਰਬੰਧ ਕਿਹੜੀਆਂ 4 ਮਹੱਤਵਪੂਰਨ ਸੰਸਥਾਵਾਂ ਦੇ ਯੋਗਦਾਨ ਦੁਆਰਾ ਚਲਾਇਆ ਜਾਂਦਾ ਸੀ? ਸਿਵਲ ਸਰਵਿਸ, ਸੈਨਾ, ਪੁਲਿਸ ਤੇ ਨਿਆਂ ਵਿਵਸਥਾ। ਇਹਨਾਂ 4 ਜਿਹੜੀਆਂ ਸੀਗੀਆਂ ਸੇਵਾਵਾਂ ਦੇ ਨਾਲ ਹੀ ਭਾਰਤ ਦਾ ਸ਼ਾਸਨ ਪ੍ਰਬੰਧ ਚਲਾਇਆ ਜਾਂਦਾ ਸੀ। ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਲਾਰਡ ਕਾਰਨਵਾਲਿਸ ਨੂੰ। ਕਿਸ ਨੇ ਰਿਸ਼ਵਤਖੋਰੀ ਨੂੰ ਖਤਮ ਕਰਨ ਲਈ ਅਧਿਕਾਰੀਆਂ ਦੀਆਂ ਤਨਖਾਹਾਂ ਵਧਾ ਦਿੱਤੀਆਂ? ਲਾਰਡ ਕਾਰਨਵਾਲਿਸ ਨੇ। ਕਿਹੜੇ ਗਵਰਨਰ ਜਨਰਲ ਨੇ ਨਿੱਜੀ ਵਪਾਰ ਕਰਨ ਅਤੇ ਭਾਰਤੀਆਂ ਤੋਂ ਭੇਟਾਂ ਲੈਣ ਦੀ ਮਨਾਹੀ ਕੀਤੀ? ਲਾਰਡ ਕਾਰਨਵਾਲਿਸ ਨੇ। ਕਿਸ ਨੇ ਉੱਚੇ ਅਹੁਦਿਆਂ ਉੱਤੇ ਕੇਵਲ ਯੂਰਪੀਅਨਾਂ ਨੂੰ ਹੀ ਨਿਯੁਕਤ ਕੀਤਾ ਸੀ? ਲਾਰਡ ਕਾਰਨਵਾਲਿਸ ਨੇ। ਭਾਰਤੀਆਂ ਨੂੰ ਨਹੀਂ ਕੀਤਾ ਸੀ, ਯੂਰਪੀਅਨਾਂ ਨੂੰ ਕੀਤਾ ਸੀਗਾ। ਕਿਹੜੇ ਕਾਲਜ ਵਿੱਚ ਕੰਪਨੀ ਦੇ ਨਵੇਂ ਨਿਯੁਕਤ ਕੀਤੇ ਗਏ ਸਿਵਲ ਸਰਵਿਸ ਦੇ ਅਧਿਕਾਰੀਆਂ ਨੂੰ ਭਾਰਤ ਭੇਜਣ ਤੋਂ ਪਹਿਲਾਂ ਸਿਖਲਾਈ ਦਿੱਤੀ ਜਾਂਦੀ ਸੀ? ਹੈਲੀਵਰੀ ਕਾਲਜ ਦੇ ਵਿੱਚ। ਇੰਗਲੈਂਡ ਵਿੱਚ ਹੈਲੀਵਰੀ ਕਾਲਜ ਕਿਸ ਨੇ ਖੋਲ੍ਹਿਆ? ਇਹ ਖੋਲ੍ਹਿਆ ਸੀ ਲਾਰਡ ਵਿਲੀਅਮ ਨੇ। ਲਾਰਡ ਵਿਲੀਅਮ ਨੇ ਇੰਗਲੈਂਡ ਵਿੱਚ ਹੈਲੀਵਰੀ ਕਾਲਜ ਕਦੋਂ ਖੋਲ੍ਹਿਆ? 1806 ਈਸਵੀ ਵਿੱਚ। ਕਦੋਂ ਸਿਵਲ ਸਰਵਿਸ ਵਿੱਚ ਨਿਯੁਕਤੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਆਧਾਰ ਉੱਤੇ ਕੀਤੀਆਂ ਜਾਣ ਲੱਗੀਆਂ? 1853 ਈਸਵੀ ਵਿੱਚ। ਸਿਵਲ ਸਰਵਿਸ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਕਿੱਥੇ ਹੁੰਦੀਆਂ ਸਨ? ਇੰਗਲੈਂਡ ਵਿੱਚ। ਸਿਵਲ ਸਰਵਿਸ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦਾ ਮਾਧਿਅਮ ਕੀ ਹੁੰਦਾ ਸੀ? ਅੰਗਰੇਜ਼ੀ ਭਾਸ਼ਾ। ਸਿਵਲ ਸਰਵਿਸ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਬੈਠਣ ਲਈ ਵੱਧ ਤੋਂ ਵੱਧ ਕਿੰਨੀ ਉਮਰ ਨਿਸ਼ਚਿਤ ਕੀਤੀ ਗਈ? 22 ਸਾਲ। ਕਦੋਂ ਸਿਵਲ ਸਰਵਿਸ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਬੈਠਣ ਦੀ ਉਮਰ ਹੈ ਜਿਹੜੀ 21 ਸਾਲ ਕਰ ਦਿੱਤੀ ਗਈ? 1864 ਈਸਵੀ ਵਿੱਚ। ਕਦੋਂ ਸਿਵਲ ਸਰਵਿਸ ਦੀਆਂ ਪ੍ਰਤੀਯੋਗੀ ਪ੍ਰੀਖਿਆ ਵਿੱਚ ਬੈਠਣ ਦੀ ਉਮਰ ਹੈ ਜਿਹੜੀ ਫੇਰ ਘਟਾ ਕੇ 19 ਸਾਲ ਕਰ ਦਿੱਤੀ ਗਈ ਸੀ? 1876 ਈਸਵੀ ਵਿੱਚ। ਸਿਵਲ ਸਰਵਿਸ ਦੀ ਪ੍ਰਤੀਯੋਗੀ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ? ਸਤਿੰਦਰ ਨਾਥ ਟੈਗੋਰ। ਸਤਿੰਦਰ ਨਾਥ ਟੈਗੋਰ ਨੇ ਸਿਵਲ ਸਰਵਿਸ ਦੀ ਪ੍ਰਤੀਯੋਗੀ ਪ੍ਰੀਖਿਆ ਕਦੋਂ ਪਾਸ ਕੀਤੀ? 1863 ਈਸਵੀ ਵਿੱਚ। ਸਿਵਲ ਸਰਵਿਸ ਦੀ ਪ੍ਰੀਖਿਆ ਲਈ ਭਾਰਤੀਆਂ ਨੇ ਇੰਗਲੈਂਡ ਦੀ ਥਾਂ 'ਤੇ ਕਿੱਥੇ ਪ੍ਰੀਖਿਆ ਕੇਂਦਰ ਸਥਾਪਿਤ ਕਰਨ ਦੀ ਮੰਗ ਕੀਤੀ? ਭਾਰਤ ਵਿੱਚ। ਭਾਰਤ ਦੇ ਕਿਹੜੇ ਵਾਇਸਰਾਏ ਨੇ ਭਾਰਤੀਆਂ ਦੀ ਸਿਵਲ ਸਰਵਿਸ ਲਈ ਉਮਰ ਵਧਾਉਣ ਅਤੇ ਪ੍ਰੀਖਿਆ ਕੇਂਦਰ ਭਾਰਤ ਵਿੱਚ ਸਥਾਪਿਤ ਕਰਨ ਦੀ ਮੰਗ ਦਾ ਸਮਰਥਨ ਕੀਤਾ ਸੀ? ਲਾਰਡ ਰਿਪਨ ਨੇ। 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਕਿਸ ਨੇ ਨਿਯੁਕਤ ਕੀਤਾ? 1886 ਈਸਵੀ ਵਿੱਚ ਲਾਰਡ ਰਿਪਨ ਨੇ। ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸਰਵਿਸ ਨੂੰ ਕਿੰਨੇ ਭਾਗਾਂ ਵਿੱਚ ਵੰਡਣ ਦੀ ਸਿਫਾਰਿਸ਼ ਕੀਤੀ? 3 ਭਾਗਾਂ ਵਿੱਚ। ਉਹ 3 ਭਾਗ ਕਿਹੜੇ ਕਿਹੜੇ ਸੀ? ਅੰਪੀਰੀਅਲ ਜਾਂ ਇੰਡੀਅਨ ਸਿਵਲ ਸਰਵਿਸ, ਪ੍ਰਾਂਤਿਕ ਸਰਵਿਸ ਅਤੇ ਤੀਜੀ ਸੀ ਪ੍ਰੋਫੈਸ਼ਨਲ ਸਰਵਿਸ। ਅੰਪੀਰੀਅਲ ਜਾਂ ਇੰਡੀਅਨ ਸਿਵਲ ਸਰਵਿਸ ਦੀ ਪ੍ਰੀਖਿਆ ਕਿੱਥੇ ਕਰਵਾਉਣੀ ਮੰਨੀ ਗਈ? ਇੰਗਲੈਂਡ ਵਿੱਚ। ਪਬਲਿਕ ਸਰਵਿਸ ਕਮਿਸ਼ਨ ਦੁਆਰਾ ਪ੍ਰਾਂਤਿਕ ਸਰਵਿਸ ਦੀਆਂ ਪ੍ਰੀਖਿਆਵਾਂ ਕਿੱਥੇ ਕਰਵਾਉਣੀਆਂ ਮੰਨੀਆਂ ਗਈਆਂ? ਵੱਖ-ਵੱਖ ਪ੍ਰਾਂਤਾਂ ਵਿੱਚ। ਪਬਲਿਕ ਸਰਵਿਸ ਕਮਿਸ਼ਨ ਨੇ ਪ੍ਰੋਫੈਸ਼ਨਲ ਸਰਵਿਸ ਦੀ ਪ੍ਰੀਖਿਆ ਲਈ ਕਿੰਨੀ ਉਮਰ ਵਧਾਉਣ ਦੀ ਸਿਫਾਰਿਸ਼ ਕੀਤੀ? 19 ਸਾਲ ਤੋਂ ਵਧਾ ਕੇ 23 ਸਾਲ ਜਿਹੜੀ ਸੀ ਨਿਸ਼ਚਿਤ ਕੀਤੀ ਗਈ। ਉਪਰੋਕਤ ਸਿਫਾਰਸ਼ਾਂ ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਕਦੋਂ ਮੰਨਿਆ ਗਿਆ? 1892 ਈਸਵੀ ਵਿੱਚ। ਦੇਖੋ ਆਪਾਂ ਜਿਹੜੀਆਂ ਸਿਫਾਰਸ਼ਾਂ ਪੜ੍ਹੀਆਂ ਨੇ ਉਮਰ ਵਾਲੀਆਂ, ਠੀਕ ਆ, ਕਿ ਪ੍ਰਾਂਤਾਂ ਵਿੱਚ ਪ੍ਰੀਖਿਆ ਕਰਾਈ ਜਾਊਗੀ ਅਤੇ ਕਿਹੜੀ ਇੰਗਲੈਂਡ ਵਿੱਚ ਕਰਾਈ ਜਾਊਗੀ, ਇਹਨਾਂ ਸਾਰੀਆਂ ਨੂੰ ਕਦੋਂ ਮੰਨਿਆ ਗਿਆ? ਬ੍ਰਿਟਿਸ਼ ਸਰਕਾਰ ਦੁਆਰਾ 1892 ਈਸਵੀ ਵਿੱਚ। ਕਿਹੜੀ ਰਿਪੋਰਟ ਦੁਆਰਾ ਸਿਫਾਰਿਸ਼ ਕੀਤੀ ਗਈ ਕਿ ਇੰਡੀਅਨ ਸਿਵਲ ਸਰਵਿਸ ਵਿੱਚ 33% ਭਾਰਤੀਆਂ ਨੂੰ ਨਿਯੁਕਤ ਕੀਤਾ ਜਾਵੇ ਅਤੇ ਹੌਲੀ ਹੌਲੀ ਇਹਨਾਂ ਦੀ ਗਿਣਤੀ ਵਧਾਈ ਜਾਵੇ? ਇਹ ਕੀਤਾ ਗਿਆ ਸੀ ਮਾਂਟੇਗਿਊ ਚੈਮਸਫੋਰਡ ਰਿਪੋਰਟ ਦੇ ਅਨੁਸਾਰ। ਮਾਂਟੇਗਿਊ ਚੈਮਸਫੋਰਡ ਰਿਪੋਰਟ ਦੁਆਰਾ ਇਹ ਸਿਫਾਰਿਸ਼ ਕਦੋਂ ਕੀਤੀ ਗਈ? 1918 ਈਸਵੀ ਵਿੱਚ। ਭਾਰਤ ਸਰਕਾਰ ਐਕਟ 1919 ਈਸਵੀ ਦੁਆਰਾ ਕਿਹੜੀ ਰਿਪੋਰਟ ਨੂੰ ਲਾਗੂ ਕੀਤਾ ਗਿਆ? ਮਾਂਟੇਗਿਊ ਚੈਮਸਫੋਰਡ ਰਿਪੋਰਟ। ਅਤੇ ਜਿਹੜਾ 1919 ਦਾ ਐਕਟ ਸੀ ਇਹਨੂੰ ਮਾਂਟੇਗਿਊ ਚੈਮਸਫੋਰਡ ਐਕਟ ਵੀ ਕਿਹਾ ਜਾਂਦਾ ਵਾ। ਲੀ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ? 1923 ਈਸਵੀ ਵਿੱਚ। ਲੀ ਕਮਿਸ਼ਨ ਨੇ ਕੀ ਸਿਫਾਰਿਸ਼ ਕੀਤੀ? ਕੇਂਦਰੀ ਲੋਕ ਸੇਵਾ ਕਮਿਸ਼ਨ ਅਤੇ ਪ੍ਰਾਂਤਿਕ ਲੋਕ ਸੇਵਾ ਕਮਿਸ਼ਨ ਸਥਾਪਿਤ ਕਰਨ ਦੀ। ਕੇਂਦਰੀ ਲੋਕ ਸੇਵਾ ਕਮਿਸ਼ਨ ਕਦੋਂ ਸਥਾਪਿਤ ਕੀਤਾ ਗਿਆ? 1926 ਈਸਵੀ ਵਿੱਚ। ਸੰਘੀ ਲੋਕ ਸੇਵਾ ਕਮਿਸ਼ਨ ਅਤੇ ਪ੍ਰਾਂਤਿਕ ਲੋਕ ਸੇਵਾ ਕਮਿਸ਼ਨ ਕਦੋਂ ਲਾਗੂ ਕੀਤੇ ਗਏ? 1935 ਈਸਵੀ ਵਿੱਚ। ਇੰਡੀਅਨ ਸਿਵਲ ਸਰਵਿਸ ਵਿੱਚ ਉੱਚੇ ਅਹੁਦਿਆਂ 'ਤੇ ਜ਼ਿਆਦਾਤਰ ਕਿਹਨਾਂ ਨੂੰ ਨਿਯੁਕਤ ਕੀਤਾ ਜਾਂਦਾ ਸੀ? ਅੰਗਰੇਜ਼ਾਂ ਨੂੰ। ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਅਤੇ ਵਿਸਥਾਰ ਕਰਨ ਲਈ ਕਿਸ ਦਾ ਮਹੱਤਵਪੂਰਨ ਯੋਗਦਾਨ ਸੀ? ਸੈਨਾ ਦਾ।
ਅੰਗਰੇਜ਼ੀ ਸੈਨਾ ਵਿੱਚ ਭਾਰਤੀਆਂ ਦੀ ਪਦਵੀ ਵੱਧ ਤੋਂ ਵੱਧ ਕਿੱਥੋਂ ਤੱਕ ਹੋ ਸਕਦੀ ਸੀ? ਸੂਬੇਦਾਰ ਦੀ ਜਿਹੜੀ ਸੀ ਉਹਦੇ ਤੱਕ ਹੀ ਹੋ ਸਕਦੀ ਸੀ ਇਹਨਾਂ ਦੀ ਵੀ ਪਦਵੀ। ਭਾਰਤੀ ਸੈਨਿਕਾਂ ਨੇ ਕਦੋਂ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ? 1857 ਈਸਵੀ ਵਿੱਚ। ਭਾਰਤੀ ਸੈਨਾ ਸਰਵਿਸ ਵਿੱਚ ਮਹੱਤਵਪੂਰਨ ਤਬਦੀਲੀਆਂ ਕਦੋਂ ਆਈਆਂ? 1858 ਈਸਵੀ ਵਿੱਚ। ਜਿਹੜਾ 1857 ਦਾ ਵਿਦਰੋਹ ਹੋਇਆ ਸੀ ਉਹ ਤੋਂ ਬਾਅਦ ਜਿਹੜੀਆਂ ਸੀ 1858 ਵਿੱਚ ਤਬਦੀਲੀਆਂ ਆਈਆਂ ਸੀ। 1858 ਈਸਵੀ ਵਿੱਚ ਭਾਰਤੀ ਸੈਨਾ ਸਰਵਿਸ ਵਿੱਚ ਕਿਹੜੇ ਸੈਨਿਕਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ? ਅੰਗਰੇਜ਼ ਸੈਨਿਕਾਂ ਦੀ ਗਿਣਤੀ ਵਿੱਚ। ਭਾਰਤੀ ਸੈਨਾ ਸਰਵਿਸ ਵਿੱਚ ਤੋਪਖਾਨੇ ਵਿੱਚ ਕੇਵਲ ਕਿਹੜੇ ਸੈਨਿਕਾਂ ਨੂੰ ਨਿਯੁਕਤ ਕੀਤਾ ਜਾਣ ਲੱਗਿਆ? ਅੰਗਰੇਜ਼ਾਂ ਨੂੰ। ਯੂਪੀ ਦੇ ਬ੍ਰਾਹਮਣਾਂ ਦੀ ਬਜਾਏ ਕਿਹਨਾਂ ਨੂੰ ਸੈਨਾ ਵਿੱਚ ਭਰਤੀ ਕੀਤਾ ਜਾਣ ਲੱਗਾ? ਸਿੱਖਾਂ ਅਤੇ ਗੋਰਖਿਆਂ ਨੂੰ। ਭਾਰਤੀ ਅਤੇ ਯੂਰਪੀਅਨ ਸੈਨਿਕਾਂ ਦੀ ਗਿਣਤੀ ਦਾ ਅਨੁਪਾਤ ਕੀ ਕਰ ਦਿੱਤਾ ਗਿਆ? 2:1। 1857 ਈਸਵੀ ਦੇ ਵਿਦਰੋਹ ਤੋਂ ਪਿੱਛੋਂ ਕਿਸ ਨੂੰ ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਬਣਾ ਦਿੱਤਾ ਗਿਆ? ਪ੍ਰਧਾਨ ਸੈਨਾਪਤੀ ਨੂੰ। 1857 ਈਸਵੀ ਦੇ ਵਿਦਰੋਹ ਤੋਂ ਪਿੱਛੋਂ ਸੈਨਾ ਦੀ ਵੰਡ ਕਿਸ ਆਧਾਰ 'ਤੇ ਕੀਤੀ ਗਈ? ਧਰਮ ਅਤੇ ਜਾਤ ਦੇ ਆਧਾਰ 'ਤੇ। ਅੰਗਰੇਜ਼ੀ ਸਾਮਰਾਜ ਦੌਰਾਨ ਪੁਲਿਸ ਵਿਭਾਗ ਵਿੱਚ ਸੁਧਾਰ ਕਿਸ ਨੇ ਕੀਤਾ? ਲਾਰਡ ਕਾਰਨਵਾਲਿਸ ਨੇ। ਲਾਰਡ ਕਾਰਨਵਾਲਿਸ ਨੇ ਪੁਲਿਸ ਵਿਭਾਗ ਵਿੱਚ ਸੁਧਾਰ ਕਿਉਂ ਕੀਤਾ? ਕਾਨੂੰਨ ਅਤੇ ਸ਼ਾਂਤੀ ਸਥਾਪਿਤ ਕਰਨ ਲਈ। ਲਾਰਡ ਕਾਰਨਵਾਲਿਸ ਨੇ ਜ਼ਿਲ੍ਹਿਆਂ ਦੀ ਦੇਖਭਾਲ ਲਈ ਕਿਸ ਨੂੰ ਨਿਯੁਕਤ ਕੀਤਾ? ਅੰਗਰੇਜ਼ ਪੁਲਿਸ ਕਪਤਾਨ ਨੂੰ। ਜ਼ਿਲ੍ਹਿਆਂ ਨੂੰ ਅੱਗੇ ਕਿਹਨਾਂ ਵਿੱਚ ਵੰਡਿਆ ਹੋਇਆ ਸੀ? ਥਾਣਿਆਂ ਵਿੱਚ। ਅੰਗਰੇਜ਼ੀ ਸਾਮਰਾਜ ਵਿੱਚ ਥਾਣਾ ਕਿਸ ਦੇ ਅਧੀਨ ਹੁੰਦਾ ਸੀ? ਦਰੋਗੇ ਦੇ ਅਧੀਨ। ਅੰਗਰੇਜ਼ੀ ਸਾਮਰਾਜ ਦੌਰਾਨ ਦਰੋਗੇ ਦੇ ਕੰਮਾਂ ਦੀ ਦੇਖਭਾਲ ਕੌਣ ਕਰਦਾ ਸੀ? ਪੁਲਿਸ ਕਪਤਾਨ। ਅੰਗਰੇਜ਼ੀ ਸਾਮਰਾਜ ਦੌਰਾਨ ਪਿੰਡਾਂ ਦੀ ਦੇਖਭਾਲ ਲਈ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ? ਚੌਕੀਦਾਰ ਨੂੰ। ਅੰਗਰੇਜ਼ੀ ਸਾਮਰਾਜ ਦੌਰਾਨ ਭਾਰਤੀ ਪੁਲਿਸ ਕਰਮਚਾਰੀਆਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਂਦਾ ਸੀ? ਉਹਨਾਂ ਨੂੰ ਉੱਚੇ ਅਹੁਦਿਆਂ 'ਤੇ ਨਹੀਂ ਲਗਾਇਆ ਜਾਂਦਾ ਸੀ ਅਤੇ ਉਹਨਾਂ ਨੂੰ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ। ਪੁਲਿਸ ਕਰਮਚਾਰੀਆਂ ਦਾ ਭਾਰਤੀਆਂ ਨਾਲ ਵਤੀਰਾ ਕਿਹੋ ਜਿਹਾ ਸੀ? ਬਹੁਤ ਮਾੜਾ। ਅੰਗਰੇਜ਼ਾਂ ਦੀ ਭਾਰਤੀਆਂ ਨੂੰ ਮਹੱਤਵਪੂਰਨ ਦੇਣ ਕੀ ਹੈ? ਨਿਆਂ ਵਿਵਸਥਾ ਕਾਇਮ ਕਰਨਾ ਅਤੇ ਲਿਖਤੀ ਕਾਨੂੰਨ ਬਣਾਉਣਾ। ਜ਼ਿਲ੍ਹਿਆਂ ਵਿੱਚ ਅਦਾਲਤਾਂ ਦੀ ਸਥਾਪਨਾ ਕਿਸ ਨੇ ਕੀਤੀ? ਵਾਰਨ ਹੇਸਟਿੰਗਜ਼ ਨੇ। ਵਾਰਨ ਹੇਸਟਿੰਗਜ਼ ਨੇ ਜ਼ਿਲ੍ਹੇ ਵਿੱਚ ਕਿਹੜੀਆਂ ਅਦਾਲਤਾਂ ਦੀ ਸਥਾਪਨਾ ਕੀਤੀ? ਦੀਵਾਨੀ ਅਦਾਲਤ ਅਤੇ ਸਦਰ ਨਿਜ਼ਾਮਤ ਅਦਾਲਤ। ਕਲਕੱਤੇ ਵਿਖੇ ਸਰਵਉੱਚ ਅਦਾਲਤ ਦੀ ਸਥਾਪਨਾ ਕਿਸ ਐਕਟ ਰਾਹੀਂ ਕੀਤੀ ਗਈ? 1773 ਈਸਵੀ ਦੇ ਰੈਗੂਲੇਟਿੰਗ ਐਕਟ ਦੁਆਰਾ। ਕਲਕੱਤੇ ਵਿਖੇ ਸਰਵਉੱਚ ਅਦਾਲਤ ਦੀ ਸਥਾਪਨਾ ਕਦੋਂ ਕੀਤੀ ਗਈ? 1774 ਈਸਵੀ ਵਿੱਚ। ਲਾਰਡ ਕਾਰਨਵਾਲਿਸ ਨੇ ਕਿਹੜੀ ਪੁਸਤਕ ਤਿਆਰ ਕੀਤੀ? ਕਾਰਨਵਾਲਿਸ ਕੋਡ। ਕਾਰਨਵਾਲਿਸ ਕੋਡ ਨਾਂ ਦੀ ਪੁਸਤਕ ਕਿਹਨਾਂ ਲਈ ਤਿਆਰ ਕਰਵਾਈ ਗਈ? ਨਿਆਂਧੀਸ਼ਾਂ ਦੇ ਮਾਰਗਦਰਸ਼ਨ ਲਈ। ਬੰਗਾਲ ਵਿੱਚ ਨਿਆਂ ਪ੍ਰਥਾ ਦੀ ਸਥਾਪਨਾ ਕਿਸ ਨੇ ਕੀਤੀ? ਲਾਰਡ ਵਿਲੀਅਮ ਬੈਂਟਿੰਗ ਨੇ। ਲਾਰਡ ਵਿਲੀਅਮ ਬੈਂਟਿੰਗ ਨੇ ਬੰਗਾਲ ਵਿੱਚ ਨਿਆਂ ਵਿਵਸਥਾ ਦੀ ਸਥਾਪਨਾ ਕਦੋਂ ਕੀਤੀ? 1832 ਈਸਵੀ ਵਿੱਚ। ਇੰਡੀਅਨ ਲਾ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ? 1833 ਈਸਵੀ ਦੇ ਚਾਰਟਰ ਐਕਟ ਅਧੀਨ। ਇੰਡੀਅਨ ਲਾ ਕਮਿਸ਼ਨ ਦੀ ਸਥਾਪਨਾ ਕਿਉਂ ਕੀਤੀ ਗਈ? ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ। ਸਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਕਿਸ ਨੂੰ ਦਿੱਤਾ ਗਿਆ? ਗਵਰਨਰ ਜਨਰਲ ਨੂੰ। ਭਾਰਤੀ ਜੱਜਾਂ ਨੂੰ ਕਿਹੜੇ ਮੁਕੱਦਮਿਆਂ ਦਾ ਫੈਸਲਾ ਕਰਨ ਦਾ ਅਧਿਕਾਰ ਪ੍ਰਾਪਤ ਨਹੀਂ ਸੀ? ਯੂਰਪੀਅਨਾਂ ਦੇ ਮੁਕੱਦਮਿਆਂ ਦਾ। ਭਾਰਤੀ ਜੱਜਾਂ ਨੂੰ ਯੂਰਪੀਅਨਾਂ ਦੇ ਮੁਕੱਦਮਿਆਂ ਦਾ ਫੈਸਲਾ ਕਰਨ ਦਾ ਅਧਿਕਾਰ ਕਿਸ ਨੇ ਦੇਣਾ ਚਾਹਿਆ? 1833 ਈਸਵੀ ਵਿੱਚ ਲਾਰਡ ਰਿਪਨ ਨੇ ਇਲਵਟ ਵੈਲ ਰਾਹੀਂ, ਪਰ ਉਹ ਅਸਫਲ ਰਿਹਾ ਸੀ। ਦੇਖੋ ਜਿਹੜਾ ਲਾਰਡ ਰਿਪਨ ਸੀਗਾ ਉਹਨੇ ਇਲਵਟ ਵੈਲ ਆਇਆ ਸੀ ਜਿਹੜਾ, ਠੀਕ ਆ, ਉਹਦੇ ਵਿੱਚ 1833 ਵਿੱਚ ਕਿਹਾ ਸੀ ਕਿ ਭਾਰਤੀਆਂ ਨੂੰ ਅਧਿਕਾਰ ਹੋਣਾ ਚਾਹੀਦਾ ਵਾ ਯੂਰਪੀਅਨਾਂ ਦੇ ਮੁਕੱਦਮਿਆਂ ਦਾ ਜਿਹੜਾ ਫੈਸਲਾ ਕਰਨ ਲਈ, ਬਟ ਕੀ ਸੀਗਾ ਓਕੇ ਉਹ ਇਹਨੂੰ ਪਾਸ ਕਰਾਉਣ ਵਿੱਚ ਅਸਫਲ ਹੋ ਗਿਆ ਸੀ। ਰੈਗੂਲੇਟਿੰਗ ਐਕਟ ਕਦੋਂ ਪਾਸ ਹੋਇਆ ਸੀ? 1773 ਈਸਵੀ ਵਿੱਚ। ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ? 1784 ਈਸਵੀ ਵਿੱਚ। ਇਸ ਐਕਟ ਦੇ ਨਾਲ ਭਾਰਤ ਦੇ ਸਾਰੇ ਸੈਨਿਕ ਅਤੇ ਕਿਸ ਐਕਟ ਦੇ ਨਾਲ ਜਿਹੜੇ ਸੀ ਭਾਰਤ ਦੇ ਸਾਰੇ ਸੈਨਿਕ ਅਤੇ ਅਸੈਨਿਕ ਅਧਿਕਾਰ ਆ ਜਿਹੜੇ ਉਹ ਗਵਰਨਰ ਜਨਰਲ ਅਤੇ ਉਸਦੀ ਕੌਂਸਲ ਨੂੰ ਦੇ ਦਿੱਤੇ ਗਏ? ਚਾਰਟਰ ਐਕਟ 1833 ਈਸਵੀ ਦੇ ਅਕੋਰਡਿੰਗ। ਕਿਸ ਐਕਟ ਨਾਲ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਨੂੰ ਅੱਡ ਕਰ ਦਿੱਤਾ ਗਿਆ ਸੀ? ਚਾਰਟਰ ਐਕਟ 1853 ਈਸਵੀ ਦੇ ਅਕੋਰਡਿੰਗ। ਬੋਰਡ ਆਫ ਕੰਟਰੋਲ ਕਦੋਂ ਬਣਿਆ ਸੀ? 1784 ਈਸਵੀ ਵਿੱਚ। 1886 ਈਸਵੀ ਵਿੱਚ ਕਿਸ ਨੇ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ? ਲਾਰਡ ਰਿਪਨ ਨੇ। ਇਸ ਦੇ ਨਾਲ ਹੀ ਮੇਰੀ ਅੱਜ ਦੀ ਇਹ ਵੀਡੀਓ ਜਿਹੜੀ ਖਤਮ ਹੁੰਦੀ ਆ। ਆਈ ਹੋਪ ਕਿ ਤੁਹਾਨੂੰ ਇਹ ਕੁਐਸਚਨ ਸਮਝ ਆਏ ਹੋਣਗੇ। ਜੇ ਫਿਰ ਵੀ ਤੁਹਾਨੂੰ ਇਹ ਟਿਪੀਕਲ ਲੱਗਦੇ ਆ ਤਾਂ ਇਹਦੇ ਨਾਲ ਰਿਲੇਟਡ ਸਰ ਵੀਡੀਓਜ਼ ਪਾ ਰਹੇ ਨੇ ਪੋਲੀਟੀਕਲ ਦੀਆਂ, ਤੁਸੀਂ ਉਹਨਾਂ ਨੂੰ ਜਾ ਕੇ ਦੇਖੋ ਐਂਡ ਉਹ ਤੋਂ ਬਾਅਦ ਦੈਨ ਫਿਰ ਇਸ ਸੀਰੀਜ਼ ਨੂੰ ਦੇਖੋ, ਤੁਹਾਨੂੰ ਕੁਐਸਚਨ ਯਾਦ ਕਰਨੇ ਈਜ਼ੀ ਹੋ ਜਾਣਗੇ।
ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।